ਜੇ ਮੋਹਾਲੀ ਦੀ ਗੱਲ ਕਰੀਏ ਆਪਾਂ, ਬਲਬੀਰ ਸਿੱਧੂ ਆਪ ਮੰਤਰੀ ਬਣੇ, ਆਪਣੇ ਭਰਾ ਨੂੰ ਮੇਅਰ ਬਣਾਇਆ, ਆਪਣੇ ਮੁੰਡੇ ਨੂੰ ਪ੍ਰਧਾਨ ਬਣਾਇਆ, ਠੀਕ ਹੈ, ਹੋਰ ਪਰਿਵਾਰ 'ਚ ਹੀ ਸਾਰੇ ਅਹੁਦੇ ਰੱਖੇ। ਕਿਸੇ ਵਰਕਰ ਨੂੰ ਮੈਂ ਮੋਹਾਲੀ ਦੇ ਸਾਰੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਐਮਸੀਆਂ ਨੂੰ ਪੁੱਛਦਾ ਵੀ ਕੀ ਤੁਸੀਂ ਕਦੇ ਆਪਣੇ ਹੱਕਾਂ ਦੇ ਲਈ ਕਿਸੇ ਅਫਸਰ ਦੇ ਕੋਲੇ ਠੋਕ ਕੇ ਗੱਲ ਕਰ ਸਕੇ ਹੋ, ਜਾਂ ਬਲਬੀਰ ਸਿੱਧੂ ਨੇ ਤੁਹਾਨੂੰ ਤੁਹਾਨੂੰ ਨਾਲ ਲਿਜਾ ਕੇ ਕਿਸੇ ਅਫਸਰ ਦੇ ਨਾਲ ਗੱਲ ਕੀਤੀ ਤੁਹਾਡੇ ਹੱਕਾਂ ਬਾਰੇ? ਪਰ ਬਲਬੀਰ ਸਿੰਘ ਸਿੱਧੂ ਹੋਰਾਂ ਦਾ ਸਿੱਧੇ ਤੌਰ ਤੇ ਹਾਈ ਕਮਾਂਡ ਨੂੰ ਇਹ ਕਹਿਣਾ ਕਿ ਸਾਡੇ ਨਤੀਜੇ ਇਸ ਵਜ੍ਹਾ ਕਰਕੇ ਮੈਂ ਤਾਂ ਸਹੀ ਸੀਗਾ, ਇਹਦਾ ਕਾਰਨ ਕੀ ਫਿਰ? ਬਹੁਤ ਸਾਰੇ ਲੋਕ ਇਸ ਚੀਜ਼ ਦੀ ਗੱਲਾਂ ਕਰਦੇ ਨੇ ਵਰਕਰ ਕਿ ਵੀ ਸਿੱਧੂ ਸਾਹਿਬ ਬੜਾ ਐਰੋਗੈਂਟ ਨੇ। ਤੁਹਾਡੇ ਵੱਡੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਸਾਡੀ ਬਹੁਤ ਵੱਡੀ ਇੱਕ ਗਲਤੀ ਰਹੀ ਹੈ। ਜੇ ਆਪਾਂ ਕਹੀਏ ਨਲਾਇਕ ਬੱਚੇ ਵਾਂਗ ਕੇ ਇਹਨੇ ਕਰਕੇ ਹਾਰ ਗਏ, ਅਸੀਂ ਉਹਦੇ ਕਰਕੇ ਹਾਰ ਗਏ, ਤਾਂ ਫੇਰ ਤਾਂ ਅਸੀਂ ਨਲਾਇਕ ਹੀ ਰਵਾਂਗੇ। ਕਈ ਸਪੀਚਾਂ, ਕਈ ਉਹਨਾਂ ਦੇ ਭਾਸ਼ਣ ਜਿਹੜੇ ਨੇ ਉਹ ਇਸੇ ਤੇ ਕੇਂਦਰ ਸੀ ਕਿ ਹੁਣ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਇਕੱਲਾ ਇਕੱਲਾ ਵਰਕਰ ਪ੍ਰਧਾਨ ਬਣ ਗਿਆ, ਕੋਈ ਫਾਇਦਾ ਨਹੀਂ ਹੋਇਆ ਉਹਦਾ। ਕਾਂਗਰਸ ਪਾਰਟੀ 'ਚ ਵੀ ਉਹ ਵੈਕਿਊਮ ਫੇਰਨਾ ਪੈਣਾ ਇਹਨਾਂ ਲੀਡਰਾਂ ਦੇ ਉੱਤੇ। ਬਲਬੀਰ ਸਿੰਘ ਸਿੱਧੂ ਵੀ ਇਹੋ ਕੁਝ ਹੀ ਕਹਿ ਰਹੇ ਨੇ, ਉਹ ਵੀ ਇਹ ਕਹਿ ਰਹੇ ਨੇ ਕਿ ਹਾਈ ਕਮਾਂਡ ਨੇ ਇਹਨਾਂ ਬੰਦਿਆਂ ਨੂੰ ਲਿਆ ਕੇ ਗਲਤ ਕੀਤਾ। ਦੇਖੋ ਇਹੀ ਇੱਕ ਮੈਂ ਤੁਹਾਨੂੰ ਤਰਾਸਦੀ ਕਹਾਂਗਾ ਕਿ ਇੱਕ ਬੰਦਾ ਮੰਤਰੀ ਰਿਹਾ ਹੋਵੇ, ਉਹ ਆਪਣੀ ਸੀਟ ਹਾਰ ਜੇ 34,000 ਦੇ ਨਾਲ, ਇਹ ਗੱਲ ਦੀ ਗੱਲ ਤਾਂ ਕੋਈ ਨਹੀਂ ਕੀਤੀ ਕਿ ਮੇਰੇ 'ਚ ਕੀ ਕਮੀ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣ ਗਈ ਹੈ, ਹੁੰਜਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਆਮ ਆਦਮੀ ਪਾਰਟੀ ਨੇ, ਪਰ ਕਾਂਗਰਸ ਦੇ ਵਿੱਚ ਇੱਕ ਦੂਜੇ ਤੇ ਬਲੇਮ ਲਾਉਣੇ, ਇੱਕ ਦੂਜੇ ਦੀਆਂ ਕਮੀਆਂ ਲੋਕਾਂ ਦੇ ਸਾਹਮਣੇ ਪੇਸ਼ ਕਰਨੀਆਂ, ਇਹ ਸਿਲਸਿਲਾ ਅੱਜ ਨਹੀਂ, ਇਹ ਪਹਿਲਾਂ ਤੋਂ ਹੀ ਸੀ। ਪਰ ਕੁਝ ਹਾਲਾਤ ਜਿਹੜੇ ਹੁੰਦੇ ਨੇ ਉਹ ਜਦੋਂ ਕੋਈ ਲੀਡਰ ਪਾਵਰ ਦੇ ਵਿੱਚ ਆ ਨਾ, ਉਦੋਂ ਉਹਦੇ ਤੇ ਇਲਜ਼ਾਮਬਾਜ਼ੀ ਓਨੀ ਨਹੀਂ ਹੁੰਦੀ। ਜਦੋਂ ਉਹਦੇ ਕੋਲੋਂ ਪਾਵਰ ਖੁੱਸ ਜਾਂਦੀ ਹੈ, ਚਲੀ ਜਾਂਦੀ ਹੈ, ਉਦੋਂ ਉਹਦੀਆਂ ਜਾਂ ਤਾਂ ਸੱਚਾਈਆਂ ਕਹਿ ਲਓ ਜਾਂ ਫਿਰ ਪੋਲੀਟੀਕਲ ਇਲਜ਼ਾਮ ਕਹਿ ਲਓ ਜਾਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਸੋਚ ਸਕਦੇ ਹੋ, ਸਾਰਾ ਕੁਝ ਸ਼ੁਰੂ ਹੋ ਜਾਂਦਾ ਹੈ। ਕਾਂਗਰਸ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਹੁਣ ਇੱਕ ਦੂਜੇ ਦੀਆਂ ਕਮੀਆਂ ਕੱਢਣ ਤੇ ਜਿਹੜਾ ਸਿਲਸਿਲਾ ਸ਼ੁਰੂ ਹੋ ਗਿਆ। ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਇਹਦੇ ਸਾਰੇ ਦੇ ਜ਼ਿੰਮੇਵਾਰ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਹਾਲ ਹੋਇਆ, ਔਰ ਸਿੱਧੂ ਕਹਿ ਰਹੇ ਜਿਹੜੇ MP ਨੇ ਬਿੱਟੂ, ਉਹ ਕਹਿ ਰਹੇ ਨੇ ਕਿ ਸਿੱਧੂ ਦੀ ਬੋਲਬਾਣੀ ਨੇ ਸਾਰਾ ਕੁਝ ਕੀਤਾ। ਜਾਣੀ ਇਹ ਚੀਜ਼ਾਂ ਹਾਲਾਤ ਕਿਉਂਕਿ ਇੰਨੇ ਮਾੜੇ ਹੋ ਗਏ ਸੀ। ਜੇ ਮੋਹਾਲੀ ਦੀ ਗੱਲ ਕਰੀਏ, ਮੋਹਾਲੀ ਤੋਂ ਜਿਹੜੇ ਯੂਥ ਕਾਂਗਰਸ ਦੇ ਸਕੱਤਰ ਨੇ ਔਰ ਜਿਨ੍ਹਾਂ ਨੂੰ ਆਫਿਸ ਇੰਚਾਰਜ ਲਾਇਆ ਮਨਜੋਤ ਸਿੰਘ, ਉਹਨਾਂ ਨੇ ਯੂਥ ਕਾਂਗਰਸ ਦੇ ਵਿੱਚ ਕਾਫੀ ਭੂਮਿਕਾ ਨਿਭਾਈ ਹੈ, ਵੱਡੀ ਭੂਮਿਕਾ ਨਿਭਾਈ ਹੈ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਰੋਪੜ ਤੋਂ ਲੜੇ ਸੀ, ਉਹ ਵੀ ਹਾਰ ਗਏ। ਜਿਹੜੇ ਰਾਹੁਲ ਗਾਂਧੀ ਹੈ, ਰਾਹੁਲ ਗਾਂਧੀ ਨੂੰ ਬਹੁਤ ਵੱਡੀ ਇੱਕ ਉਮੀਦ ਸੀ ਆਪਣੇ ਯੂਥ ਕਾਂਗਰਸ ਤੋਂ ਕਿ ਚੰਗੀ ਭੂਮਿਕਾ ਨਿਭਾਏਗਾ ਯੂਥ ਕਾਂਗਰਸ, ਪੰਜਾਬ ਦੇ ਵਿੱਚ ਵੱਡਾ ਬੈਨੀਫਿਟ ਮਿਲੂਗਾ, ਪਰ ਇਹ ਬੈਨੀਫਿਟ ਵੀ ਨਹੀਂ ਮਿਲਿਆ। ਮੇਰੇ ਨਾਲ ਮਨਜੋਤ ਸਿੰਘ ਨੇ, ਮਨਜੋਤ ਸਿੰਘ ਹੋਰਾਂ ਤੋਂ ਸਮਝਾਂਗੇ ਕਿਉਂਕਿ ਕਈ ਸਾਲਾਂ ਤੋਂ ਕਾਂਗਰਸ ਦੇ ਨਾਲ ਜੁੜੇ ਆ, ਪਰ ਇਹੋ ਜਿਹੇ ਹਾਲਾਤ ਕਦੇ ਕਾਂਗਰਸ ਦੇ ਬਣੇ ਨਹੀਂ ਜਿਹੇ ਜਿਹੇ ਹੁਣ ਬਣ ਗਏ। ਮਨਜੋਤ ਸਿੰਘ ਹੋਰਾਂ ਨੂੰ ਕੁਝ ਇਤਰਾਜ਼ ਵੀ ਹੈ, ਉਹ ਵੀ ਕੀ ਨੇ ਉਹ ਵੀ ਸਮਝਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਰਵੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਈ ਜੀ ਕੀ ਕਾਰਨ ਸਮਝਦੇ ਹੋ? ਤੁਹਾਡੇ ਵੱਡੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਸਾਡੀ ਬਹੁਤ ਵੱਡੀ ਇੱਕ ਗਲਤੀ ਰਹੀ ਹੈ, ਔਰ ਬਿੱਟੂ ਕਹਿ ਰਹੇ ਨੇ ਕਿ ਸਿੱਧੂ ਦੀ ਬੋਲਬਾਣੀ, ਸਿੱਧੂ ਦਾ ਇਹ ਸਾਰਾ ਪ੍ਰਚਾਰ ਜਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਉਹਦਾ ਅਸਰ ਪਿਆ। ਤੁਹਾਡੇ ਮੁਤਾਬਕ ਕੀ ਬਣਿਆ ਪੰਜਾਬ ਦੇ ਵਿੱਚ? ਦੇਖੋ ਰਵੀ ਜੀ, ਜਿਹੜਾ ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਦਾ ਫਤਵਾ, ਇਹ ਸਾਨੂੰ ਸਾਰਿਆਂ ਨੂੰ ਸਵੀਕਾਰ ਕਰਨਾ ਪਊਗਾ। ਬਜਾਏ ਕਿ ਦੂਸ਼ਣਬਾਜ਼ੀਆਂ ਕਰਨ ਤੋਂ ਆਪਾਂ ਨੂੰ ਸਿੱਖਣਾ ਪਊਗਾ ਕਿ ਲੋਕੀ ਸਾਡੇ ਤੋਂ ਦੂਰ ਕਿਉਂ ਗਏ ਨੇ, ਕਿਉਂ ਲੋਕਾਂ ਨੇ ਸਾਨੂੰ ਸੱਤਾ ਤੋਂ ਬਾਹਰ ਕੀਤਾ। ਜਦੋਂ ਇਸ ਤਰੀਕੇ ਦਾ ਮੈਂਡੇਟ 2017 ਸਾਨੂੰ ਆਇਆ ਸੀਗਾ, ਜੋ ਸਾਨੂੰ ਲੱਗਦਾ ਸੱਤਾ ਤੋਂ ਬਾਹਰ ਜਾਣ ਦਾ ਕਾਰਨ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਦਾ ਆਪਣਾ ਵਰਕਰਾਂ ਦੇ ਪ੍ਰਤੀ ਰਵੱਈਆ ਚੰਗਾ ਨਾ ਹੋਣਾ, ਵਰਕਰ ਨੂੰ ਪਿੱਛੇ ਕਰਕੇ ਆਪਣੇ ਪਰਿਵਾਰਾਂ ਨੂੰ ਅੱਗੇ ਲੈ ਕੇ ਆਣਾ ਅਤੇ ਇੱਕ ਲਗਜ਼ਰੀਅਸ ਲਾਈਫ ਜੀਣਾ ਲੋਕਾਂ ਨੂੰ ਕਿਤੇ ਨਾ ਕਿਤੇ ਚੰਗਾ ਨਹੀਂ ਲੱਗਿਆ, ਤੇ ਲੋਕਾਂ ਨੇ ਇਸ ਚੀਜ਼ ਦੇ ਵਿਰੋਧ ਵਿੱਚ ਵੋਟ ਪਾਈ ਹੈਗੀ ਆ, ਤੇ ਜੋ ਕਿ ਸਾਨੂੰ ਸਵੀਕਾਰ ਕਰ ਲੈਣੀ ਚਾਹੀਦੀ ਹੈ ਸਾਰਿਆਂ ਨੂੰ।
ਤਾਂ ਹੀ ਜੇ ਆਪਾਂ ਕਿਸੇ ਚੀਜ਼ ਨੂੰ ਸਵਕਾਰਾਂਗੇ, ਆਪਣੇ ਫੇਲੀਅਰ ਨੂੰ ਸਵਕਾਰਾਂਗੇ ਕਿ ਸਾਡੇ ਕਰਕੇ ਜਾਂ ਇਸ ਚੀਜ਼ਾਂ ਕਰਕੇ ਅਸੀਂ ਫੇਲ ਹੋਏ ਆ, ਤਾਂ ਹੀ ਆਪਾਂ ਉਹਨੂੰ ਦਰੁਸਤ ਕਰਕੇ ਦੁਬਾਰਾ ਲੋਕਾਂ 'ਚ ਜਾ ਸਕਦੇ ਆ। ਜੇ ਆਪਾਂ ਕਹੀਏ ਨਲਾਇਕ ਬੱਚੇ ਵਾਂਗ ਕੇ ਇਹਨੇ ਕਰਕੇ ਹਾਰ ਗਏ, ਅਸੀਂ ਉਹਦੇ ਕਰਕੇ ਹਾਰ ਗਏ, ਤਾਂ ਫੇਰ ਤਾਂ ਅਸੀਂ ਨਲਾਇਕ ਹੀ ਰਵਾਂਗੇ। ਆਹੋ, ਇਹ ਟਰੋਲ ਵੀ ਹੋ ਰਿਹਾ ਹੈ ਕਿ ਹੁਣ ਤਾਂ ਸਾਰੇ ਕਾਂਗਰਸ ਵਾਲੇ ਇਹ ਕਹਿੰਦੇ ਹੋਣੇ ਕਿ ਅਕਾਲੀ ਕਿਹੜਾ ਜਿੱਤ ਗਏ ਜੇ ਅਸੀਂ ਹਾਰੇ ਆ, ਔਰ ਅਕਾਲੀ ਦਲ ਕਹਿੰਦੇ ਹੋਣਗੇ ਕਾਂਗਰਸ ਵਾਲੇ ਕਿਹੜਾ ਸਰਕਾਰ ਬਣਾ ਗਏ ਜਿਹੜਾ ਅਸੀਂ ਹਾਰ ਗਏ। ਯਾਨੀ ਇਹ ਚੀਜ਼ਾਂ ਵੀ ਚੱਲਦੀਆਂ ਨੇ। ਪਰ ਨਵਜੋਤ ਸਿੰਘ ਸਿੱਧੂ ਨੇ ਇੱਕ ਬੈੱਡ ਲਾਇਆ ਸੀਗਾ ਆਪਣਾ ਕਾਂਗਰਸ ਭਵਨ ਦੇ ਵਿੱਚ, ਉਹ ਕਹਿੰਦੇ ਸੀ ਕਿ ਵਰਕਰ ਦੀ ਜਿਹੜੀ ਆ ਉਹ ਸੁਣਵਾਈ ਹੋਊਗੀ। ਤੁਸੀਂ ਨਾਲ ਰਹੇ ਹੋ ਉਸ ਵੇਲੇ ਵੀ, ਵਰਿੰਦਰ ਢਿੱਲੋਂ ਹੋਰਾਂ ਦੇ ਨਾਲ ਰਹੇ ਹੋ। ਕਈ ਸਪੀਚਾਂ, ਕਈ ਉਹਨਾਂ ਦੇ ਭਾਸ਼ਣ ਜਿਹੜੇ ਨੇ ਉਹ ਇਸੇ ਤੇ ਹੀ ਕੇਂਦਰ ਸੀ ਕਿ ਹੁਣ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਇਕੱਲਾ ਵਰਕਰ ਪ੍ਰਧਾਨ ਬਣ ਗਿਆ, ਕੋਈ ਫਾਇਦਾ ਨਹੀਂ ਹੋਇਆ ਉਹਦਾ। ਦੇਖੋ, ਰਿਜ਼ੈਂਟਮੈਂਟ ਹੀ ਇੰਨਾ ਸੀਗਾ 4.5 ਸਾਲਾਂ ਦਾ, ਠੀਕ ਹੈ, ਲੋਕਾਂ 'ਚ ਗੁੱਸਾ ਹੀ ਇੰਨਾ ਸੀ ਕਿ ਵੀ ਉਸ ਚੀਜ਼ ਨੂੰ ਕੋਈ ਕਵਰ ਅਪ ਹੀ ਨਹੀਂ ਕਰ ਸਕਿਆ। ਤੇ ਫਿਰ ਮੈਂ ਕਹਾਂਗਾ ਕਿ ਇਹ ਚੀਜ਼ਾਂ ਸੈਕੰਡਰੀ ਹੋ ਗਈਆਂ ਸੀ ਲੋਕਾਂ ਵਾਸਤੇ ਕਿ ਕੌਣ ਆਇਆ ਕੌਣ ਗਿਆ, ਲੋਕਾਂ ਨੂੰ ਇਸ ਚੀਜ਼ ਦਾ ਫਤਵਾ ਹੀ ਨਹੀਂ ਸੀ। ਜਿਹੜੇ ਲੀਡਰ ਸੀ, ਵੱਡੇ ਲੀਡਰ ਸੀਗੇ, ਜਿਹੜੇ ਮੰਤਰੀ ਰਹੇ ਸਰਕਾਰਾਂ 'ਚ, ਉਹਨਾਂ ਲੋਕਾਂ ਨੇ 4.5 ਸਾਲ ਨਿੱਘ ਮਾਣਿਆ। ਫਿਰ ਉਹਨਾਂ ਲੋਕਾਂ ਨੇ ਮਾਹੌਲ ਬਣਾਤਾ ਕਿ ਵੀ ਆਪਾਂ ਚੇਂਜ ਕਰ ਦਈਏ, ਠੀਕ ਹੈ। ਅੱਜ ਜਦੋਂ ਚੇਂਜ ਕਰਨ ਤੋਂ ਬਾਅਦ ਰਿਜ਼ਲਟ ਨਹੀਂ ਆਇਆ, ਫਿਰ ਉਹ ਹਾਈ ਕਮਾਂਡ ਨੂੰ ਫਿਰ ਕਹਿਣ ਲੱਗੇ ਵੀ ਨਹੀਂ, ਹਾਈ ਕਮਾਂਡ ਨੇ ਗਲਤ ਫੈਸਲਾ ਲੈ ਲਿੱਤਾ। ਤੁਹਾਡੇ ਆਪਣੇ ਵਿਧਾਇਕ, ਤੁਹਾਡੇ ਆਪਣੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਇਹੋ ਕੁਛ ਹੀ ਕਹਿ ਰਹੇ ਨੇ। ਉਹ ਵੀ ਇਹ ਕਹਿ ਰਹੇ ਨੇ ਕਿ ਹਾਈ ਕਮਾਂਡ ਨੇ ਇਹਨਾਂ ਬੰਦਿਆਂ ਨੂੰ ਲਿਆ ਕੇ ਗਲਤ ਕੀਤਾ। ਦੇਖੋ, ਇਹੀ ਇੱਕ ਮੈਂ ਤੁਹਾਨੂੰ ਤਰਾਸਦੀ ਕਹਾਂਗਾ ਕਿ ਇੱਕ ਬੰਦਾ ਮੰਤਰੀ ਰਿਹਾ ਹੋਵੇ, ਉਹ ਆਪਣੀ ਸੀਟ ਹਾਰ ਜੇ 34,000 ਦੇ ਨਾਲ, ਇਹ ਗੱਲ ਤਾਂ ਕੋਈ ਨਹੀਂ ਕੀਤੀ ਕਿ ਮੇਰੇ 'ਚ ਕੀ ਕਮੀ ਸੀ, ਕਿਉਂ ਮੈਂ ਇਲੈਕਸ਼ਨ ਹਾਰਿਆ। ਇਹ ਕਹਿਣਾ, ਬਹਾਨੇ ਬਣਾਉਣਾ, ਉਹਦੇ ਕਰਕੇ ਲੋਕਾਂ 'ਚ ਆਪਣੇ ਆਪ ਨੂੰ ਸਾਫ਼ ਸਾਬਤ ਕਰਨਾ। ਪਰ ਲੋਕ ਇਸ ਚੀਜ਼ ਨੂੰ ਸਮਝ ਗਏ ਨੇ। ਤੇ ਕਾਂਗਰਸ ਪਾਰਟੀ ਦੇ ਵਰਕਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਗੱਲਾਂ 'ਚ ਆਉਣ ਦੀ ਕੋਈ ਜ਼ਰੂਰਤ ਨਹੀਂ ਵੀ ਇਹਨਾਂ ਬੰਦਿਆਂ ਵੀ ਇਹ ਕਹਿੰਦੇ ਉਹਦੇ ਕਰਕੇ ਹਾਰ ਗਏ। ਵਰਕਰ ਨੇ ਇਹਨਾਂ ਨੂੰ ਹਰਾਇਆ ਤੇ ਇਹ ਆਪਣੀ ਹਾਰ ਐਕਸੈਪਟ ਕਰ ਲੈਣ। ਤੇ ਵਰਕਰ ਨੂੰ ਮੈਂ ਕਹੂੰਗਾ ਕਿ ਤਕੜਾ ਹੋ ਕੇ ਕਾਂਗਰਸ ਪਾਰਟੀ ਦੀ ਸੋਚ ਦੇ ਨਾਲ, ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨਾਲ ਖੜਾ ਹੋਵੇ, ਤਾਂ ਜੋ ਜਿਹੜਾ ਝਾੜੂ ਲੋਕਾਂ ਨੇ ਫੇਰਿਆ ਕਾਂਗਰਸ ਇਸ ਇਲੈਕਸ਼ਨ ਦੇ ਵਿੱਚ, ਕਾਂਗਰਸ ਪਾਰਟੀ 'ਚ ਵੀ ਉਹ ਵੈਕਿਊਮ ਫੇਰਨਾ ਪੈਣਾ ਇਹਨਾਂ ਲੀਡਰਾਂ ਦੇ ਉੱਤੇ, ਤਾਂ ਜੋ ਕਾਂਗਰਸ ਦੁਬਾਰਾ ਖੜੀ ਹੋ ਸਕੇ। ਤੇ ਹਿੰਦੁਸਤਾਨ ਵਿੱਚ ਜੇ ਬੀਜੇਪੀ ਨਾਲ ਲੜਾਈ ਲੜ ਸਕਦਾ ਤਾਂ ਉਹ ਕਾਂਗਰਸ ਪਾਰਟੀ ਲੜ ਸਕਦੀ ਹੈ। ਜਾਨੀ ਪਰਿਵਾਰਵਾਦ ਭਾਰੀ ਪੈ ਗਿਆ। ਪਰਿਵਾਰਵਾਦ ਹਰ ਕੋਈ ਲੀਡਰ ਚਾਹੁੰਦਾ ਸੀ ਮੇਰਾ ਮੁੰਡਾ ਕਾਮਯਾਬ ਹੋ ਜੇ, ਮੈਂ ਆਪਣੇ ਮੁੰਡੇ ਨੂੰ ਪੋਲਿਟਿਕਸ ਦੇ ਵਿੱਚ, ਬ੍ਰਹਮ ਮਹਿੰਦਰਾ ਹੋਰਾਂ ਨੇ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਟਿਕਟ ਦਵਾਤੀ। ਇਸੇ ਤਰੀਕੇ ਨਾਲ ਜਾਣੀ ਇਹ ਚੀਜ਼ਾਂ ਸੱਚੀ ਮੁੱਚੀ ਪੰਜਾਬ ਨੇ ਫਿਰ ਬਦਲਾ ਲਿਆਂਦਾ, ਪੰਜਾਬ ਦੇ ਲੋਕਾਂ ਨੂੰ ਨਹੀਂ ਪਸੰਦ ਆਇਆ। ਦੇਖੋ, ਬਿਲਕੁਲ ਜੇ ਮਾਹੌਲੀ ਦੀ ਗੱਲ ਕਰੀਏ, ਆਪਾਂ ਬਲਬੀਰ ਸਿੱਧੂ ਆਪ ਮੰਤਰੀ ਬਣੇ, ਆਪਣੇ ਭਰਾ ਨੂੰ ਮੇਅਰ ਬਣਾਇਆ, ਆਪਣੇ ਮੁੰਡੇ ਨੂੰ ਪ੍ਰਧਾਨ ਬਣਾਇਆ, ਠੀਕ ਹੈ, ਹੋਰ ਪਰਿਵਾਰ 'ਚ ਹੀ ਸਾਰੇ ਅਹੁਦੇ ਰੱਖੇ। ਤੇ ਵਰਕਰ ਨੂੰ ਅੱਜ ਰਿਜ਼ੈਂਟਮੈਂਟ ਸੀ। ਵਰਕਰ ਨੇ ਇਸ ਗੁੱਸੇ 'ਚ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਵਰਕਰ ਨੇ ਵੀ ਇਸ ਚੀਜ਼ ਦਾ ਜਵਾਬ ਦਿੱਤਾ ਹੈਗਾ ਕਿ ਜਿਹੜੇ ਲੋਕ 20-20 ਸਾਲਾਂ ਤੋਂ ਕਾਂਗਰਸ ਪਾਰਟੀ 'ਚ ਅਹੁਦਿਆਂ ਤੇ ਸੀ, ਉਹਨਾਂ 'ਚ ਕੋਈ ਬੰਦਾ ਕਾਬਲ ਨਹੀਂ ਸੀ ਮੇਅਰ ਬਣਨ ਦਾ। ਕੋਈ ਨੌਜਵਾਨ ਮੋਹਾਲੀ ਸ਼ਹਿਰ 'ਚ ਹੈ ਨਹੀਂ ਸੀ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਬਣ ਸਕਦਾ ਸੀਗਾ, ਜਦੋਂ ਕਿ ਉਹਨਾਂ ਦੇ ਫਾਦਰ ਮੰਤਰੀ ਸੀਗੇ। ਦੇਖੋ, ਜੇ ਸੇਵਾ ਹੀ ਕਰਨੀ ਹੋਵੇ, ਉਹ ਕਹਿੰਦੇ ਨੇ ਸੇਵਾ ਕਰਨੀ ਸੀਗੀ, ਤਾਂ ਸੇਵਾ ਕਰਨੀ ਸੀ ਤਾਂ ਜਿਹੜੇ ਫਾਦਰ ਸੀਗੇ ਉਹਨਾਂ ਦੇ ਨਾਲ ਲੱਗ ਕੇ ਕਰ ਲੈਂਦੇ, ਮਹਿਕਮੇ 'ਚ ਜੋ ਵੀ ਸੀਗਾ। ਤੇ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਵਰਕਰ ਨੂੰ ਸਰਕਾਰ ਤੋਂ ਦੂਰ ਰੱਖਿਆ ਗਿਆ, ਵਰਕਰ ਦੀ ਕੋਈ ਸੁਣਵਾਈ ਨਹੀਂ ਸੀ। ਕਿਸੇ ਵਰਕਰ ਨੂੰ ਮੈਂ ਮੋਹਾਲੀ ਦੇ ਸਾਰੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਐਮਸੀਆਂ ਨੂੰ ਪੁੱਛਦਾ ਵੀ ਕੀ ਤੁਸੀਂ ਕਦੇ ਆਪਣੇ ਹੱਕਾਂ ਦੇ ਲਈ ਕਿਸੇ ਅਫਸਰ ਦੇ ਕੋਲੇ ਠੋਕ ਕੇ ਗੱਲ ਕਰ ਸਕੇ ਹੋ? ਜਾਂ ਬਲਬੀਰ ਸਿੱਧੂ ਨੇ ਤੁਹਾਨੂੰ ਨਾਲ ਲਿਜਾ ਕੇ ਕਿਸੇ ਅਫਸਰ ਦੇ ਨਾਲ ਗੱਲ ਕੀਤੀ ਤੁਹਾਡੇ ਹੱਕਾਂ ਬਾਰੇ? ਨਹੀਂ ਕੀਤੀ, ਕਿਉਂਕਿ ਆਫ ਦਾ ਰਿਕਾਰਡ ਸਾਰੇ ਲੋਕ ਇਸ ਚੀਜ਼ ਦੀ ਗੱਲਾਂ ਕਰਦੇ ਨੇ ਵਰਕਰ ਕਿ ਵੀ ਸਿੱਧੂ ਸਾਹਿਬ ਬੜਾ ਐਰੋਗੈਂਟ ਨੇ। ਤੇ ਹਮੇਸ਼ਾ ਮੈਂ ਹੁਣ ਵੀ ਦੇਖੋ ਜਿਹੜਾ ਬਿਆਨ ਕੱਲ ਦਿੱਤਾ, ਬੜਾ ਸੁਝਾਅ ਦੇ ਰਹੇ ਨੇ ਕਾਂਗਰਸ ਪਾਰਟੀ ਨੂੰ। ਪਹਿਲਾਂ ਆਪਣੇ ਆਪ ਨੇ ਸੁਝਾਅ ਤਾਂ ਦੇਣ। ਦੇਖੋ, ਪਹਿਲਾਂ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਮੈਂ ਕਿਉਂ ਹਾਰਿਆ, ਲੋਕਾਂ ਨੇ ਮੈਨੂੰ ਕਿਉਂ ਫਤਵਾ ਦਿੱਤਾ।
ਫਿਰ ਕਾਂਗਰਸ ਪਾਰਟੀ ਨੂੰ ਸੁਝਾਅ ਦਿੰਦੇ ਤੇ ਜਦੋਂ ਬੰਦਾ ਕੋਈ ਹਾਰਿਆ ਹੁੰਦਾ ਉਹਨੂੰ ਮਤਲਬ ਨਿਮਰਤਾਪੂਰਵਕ ਮੇਲ ਕਰ ਸਕਦੇ ਸੀ, ਹੋਰ ਘਰ ਮੀਟਿੰਗਾਂ 'ਚ ਗੱਲ ਕਰ ਸਕਦੇ ਸੀਗੇ। ਜਿਸ ਤਰੀਕੇ ਦੇ ਨਾਲ ਮੀਡੀਆ 'ਚ ਆ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਬਣਾਉਣਾ ਚਾਹੁੰਦੇ ਨੇ, ਇਹਨਾਂ ਦੀ ਇੱਕ ਆਦਤ ਰਹੀ ਆ ਵੀ ਕਿਉਂ ਬਣਾਉਣਾ ਚਾਹੁੰਦੇ ਨੇ ਸਾਫ਼ ਸੁਥਰਾ? ਕੀ ਵਜ੍ਹਾ ਕੀ ਹੈ ਜਦੋਂ ਹਰ ਇੱਕ ਲੀਡਰ ਆਪਣੇ ਆਪ 'ਚ ਪੜਚੋਲ ਕਰੇ? ਸਹੀ ਗੱਲ ਹੈ ਕਿ ਆਪਣੇ ਆਪ ਨੂੰ ਦੇਖੇ ਨਾ ਕਿ ਮੇਰੇ ਵਿੱਚ ਕਮੀਆਂ ਕੀ ਰਹਿ ਗਈਆਂ। ਪੜਚੋਲ ਲਾਜ਼ਮੀ, ਅੱਜ ਸ਼੍ਰੋਮਣੀ ਅਕਾਲੀ ਦਲ ਵੀ ਮੰਥਨ ਕਰ ਰਿਹਾ ਕਿ ਸਾਡੀ ਪੂਰੀ ਪਾਰਟੀ ਦੇ ਵਿੱਚ ਕਮੀਆਂ ਕੀ ਰਹਿ ਗਈਆਂ। ਫਿਰ ਬਲਬੀਰ ਸਿੰਘ ਸਿੱਧੂ ਹੋਰਾਂ ਦਾ ਸਿੱਧੇ ਤੌਰ ਤੇ ਹਾਈ ਕਮਾਂਡ ਨੂੰ ਇਹ ਕਹਿਣਾ ਕਿ ਸਾਡੇ ਨਤੀਜੇ ਇਸ ਵਜ੍ਹਾ ਕਰਕੇ ਮੈਂ ਤਾਂ ਸਹੀ ਸੀਗਾ, ਇਹਦਾ ਕਾਰਨ ਕੀ? ਫਿਰ ਦੇਖੋ ਐਰੋਗੈਂਸੀ, ਮੈਂ ਤੁਹਾਨੂੰ ਫੇਰ ਕਹੂੰਗਾ ਐਰੋਗੈਂਸੀ ਇਹ ਲੋਕ ਇਹ ਸਮਝਦੇ ਨੇ ਕਿ ਲੋਕਾਂ ਨੂੰ ਸਮਝ ਨਹੀਂ ਹੈਗੀ, ਕਿ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੈ। ਵੀ ਇਹ ਦੇਖੋ, ਇਹ ਲੋਕਾਂ 'ਚ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਵੀ ਅਸੀਂ ਨਹੀਂ ਹਾਰੇ, ਕਾਂਗਰਸ ਪਾਰਟੀ ਹਾਰੀ, ਅਸੀਂ ਨਹੀਂ ਹਾਰੇ। ਇਹਦਾ ਮਤਲਬ ਇਹੀ ਬਣਦਾ ਵੀ ਕਾਂਗਰਸ ਪਾਰਟੀ ਨੇ ਗਲਤ ਫੈਸਲਾ ਲਿੱਤਾ ਤਾਂ ਅਸੀਂ ਹਾਰੇ। ਜੇ ਇਹ ਗਲਤ ਫੈਸਲਾ ਸੀ ਤਾਂ ਇਹ ਕਿੱਥੋਂ ਦੇ ਲੀਡਰ ਜੇ ਪਹਿਲਾਂ ਕਿਉਂ ਨਹੀਂ ਬੋਲੇ? ਇਲੈਕਸ਼ਨਾਂ 'ਚ ਕਿਉਂ ਕਹਿੰਦੇ ਸੀਗੇ ਇਹ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਵੋਟ ਪਾਓ ਸਾਨੂੰ? ਠੀਕ ਆ, ਇਹਨਾਂ ਜਾਂ ਤਾਂ ਉਦੋਂ ਗਲਤ ਸੀ ਜਾਂ ਅੱਜ ਗਲਤ ਸੀ, ਦੋਨੋਂ 'ਚੋਂ ਇੱਕ ਗਲਤੀ ਮੰਨ ਲੈਣ, ਆਪਣੀ ਵੀ ਇੱਕ ਗਲਤੀ ਮੰਨਣ ਵੀ ਉਦੋਂ ਗਲਤ ਸੀ ਕਿ ਅੱਜ ਗਲਤ ਨੇ ਇਹ। ਠੀਕ ਹੈ, ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ, ਜਿਹੜੀ ਗੁੰਮਰਾਹ ਕਰਨ ਦੀ ਰਾਜਨੀਤੀ ਹੈ ਉਸ ਦੇ ਖਿਲਾਫ ਫਤਵਾ ਦਿੱਤਾ ਲੋਕਾਂ ਨੇ ਪੰਜਾਬ ਦਿਆਂ ਨੇ। ਹੋਰ ਪਾਰਟੀ ਵਿੱਚ ਜਾਣ ਦੀ ਤਿਆਰੀ ਕਰ ਰਹੇ ਨੇ ਲੱਗਦਾ? ਹੋ ਸਕਦਾ ਜੇ ਉਹ ਵੀ ਜਿਵੇਂ ਮੈਂ ਸਾਫ਼ ਸੁਥਰਾ ਸੀ, ਮੈਨੂੰ ਲੋਕ ਪਸੰਦ ਕਰਦੇ ਸੀ, ਪਰ ਲੋਕਾਂ ਨੇ ਉੱਪਰਲੀ ਸਿਆਸਤ ਦੇਖੀ, ਉੱਪਰਲੀ ਸਿਆਸਤ ਕਰਕੇ ਮੈਨੂੰ ਵੀ ਅੱਗੇ ਨਹੀਂ ਆਉਣ ਦਿੱਤਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਹੋ ਸਕਦਾ ਵੀ ਇਸ ਤਰੀਕੇ ਦਾ ਹੀ ਸੋਚ ਰੱਖਦੇ ਹੋਣ ਕਿ ਮੈਂ ਆਪਣੇ ਆਪ ਨੂੰ ਸਾਫ਼ ਬਣਾ ਲਾਂ, ਪਰ ਜਿਹੜੀ ਪੰਜਾਬ ਮਾਹੌਲ 'ਚ ਮੈਂਡੇਟ ਹੋਇਆ ਉਹ ਬਲਬੀਰ ਸਿੱਧੂ ਦੇ ਖਿਲਾਫ ਹੋਇਆ। ਠੀਕ ਆ, ਲੋਕਾਂ 'ਚ ਇੱਕ ਗੱਲ ਸੀ ਕਿ ਇਮਾਨਦਾਰੀ ਦੀ ਗੱਲ ਸੀ ਵੀ ਕੌਣ ਇਮਾਨਦਾਰ। ਠੀਕ ਆ, ਤੇ ਦੋਨੋਂ ਧਿਰਾਂ ਕਹਿੰਦੇ ਸੀ ਅਸੀਂ ਇਮਾਨਦਾਰ, ਲੋਕਾਂ ਨੇ ਫੈਸਲਾ ਕਰ ਦਿੱਤਾ ਕੌਣ ਇਮਾਨਦਾਰ। ਕੁਲਵੰਤ ਸਿੰਘ ਇਮਾਨਦਾਰ। ਦੇਖੋ, ਲੋਕਾਂ ਨੇ ਜਿਹਨਾਂ ਨੂੰ ਜਿਤਾਇਆ ਤਾਂ ਉਹੀ ਹੋਏ। ਜੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ, ਜਦੋਂ ਦੋਨੋਂ ਇਮਾਨਦਾਰੀ ਦੀ ਗੱਲ ਕਰਦੇ ਸੀ, ਦੋਨੋਂ ਕੈਂਡੀਡੇਟ ਇਮਾਨਦਾਰੀ ਦੇ ਬੇਸ ਦੇ ਉੱਤੇ ਇਲੈਕਸ਼ਨ ਘੱਟੋ ਘੱਟ ਫਿਰ ਉਹਨਾਂ ਨੂੰ ਵੀ ਮੰਨ ਲੈਣੀ ਚਾਹੀਦੀ ਹੈ ਇਹ ਗੱਲ। ਇਹ ਤਾਂ ਬਲਬੀਰ ਸਿੰਘ ਸਿੱਧੂ ਹੋਰਾਂ ਨੂੰ ਮੰਨ ਲੈਣਾ ਚਾਹੀਦਾ। ਜਦੋਂ ਇਹ ਕਹਿੰਦੇ ਸੀ ਵੀ ਅਸੀਂ ਇਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਦੋਨੋਂ ਧਿਰਾਂ ਇੱਕ ਦੂਜੇ ਤੇ ਐਲੀਗੇਸ਼ਨ ਲਾਉਂਦੇ ਸੀ ਵੀ ਇਹਨਾਂ ਨੇ ਇਹ ਕੀਤਾ, ਇਹਨਾਂ ਨੇ ਇਹ ਕੀਤਾ। ਠੀਕ ਆ, ਕਿ ਅਸੀਂ ਇਮਾਨਦਾਰ। ਲੋਕਾਂ ਦੀ ਕਚਹਿਰੀ 'ਚ ਗੱਲ ਗਈ, ਲੋਕਾਂ ਦਾ ਜਿਹੜੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ। ਠੀਕ ਆ, ਤੇ ਲੋਕਾਂ ਦਾ ਜਿਹੜਾ ਫੈਸਲਾ ਉਹਨੂੰ ਮੰਨਣਾ ਪਊਗਾ। ਲੋਕਾਂ ਨੂੰ ਯੂਥ ਕਾਂਗਰਸ ਦੀ ਭੂਮਿਕਾ ਫਿਰ ਕਿਵੇਂ ਰਹੀ ਤੁਹਾਡੇ ਮੁਤਾਬਕ? ਤੁਹਾਡੇ ਕੋਲੇ ਅਹੁਦਾ ਰਿਹਾ ਹੈ, ਹੁਣ ਵੀ ਤੁਸੀਂ ਅਹੁਦੇ ਤੇ ਹੈਗੇ ਹੋ। ਬਰਿੰਦਰ ਢਿੱਲੋਂ ਨੂੰ ਵੀ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ, ਉਹ ਤਾਂ ਯੂਥ ਕਾਂਗਰਸ ਦੀ ਅਗਵਾਈ ਕਰ ਰਹੇ ਸੀ। ਯੂਥ ਕਾਂਗਰਸ ਇੱਕ ਐਂ ਕਹਿ ਸਕਦੇ ਹਾਂ ਕਿ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਆਉਣ ਦੇ ਲਈ ਯੂਥ ਕਾਂਗਰਸ ਦਾ ਵੱਡਾ ਇੱਕ ਰੋਲ ਹੁੰਦਾ ਹੈ ਇਸ ਸਾਰੇ ਵਿੱਚ। ਔਰ ਬਰਿੰਦਰ ਢਿੱਲੋਂ ਨੂੰ ਬੜਾ ਇਹ ਸੀਗਾ ਕਿ ਮੈਂ ਤਾਂ ਜਿੱਤ ਜੂ। ਬਰਿੰਦਰ ਢਿੱਲੋਂ ਤੇ ਤਾਂ ਕੋਈ ਇਲਜ਼ਾਮ ਵੀ ਹੈ ਨਹੀਂ ਸੀ, ਉਹ ਵੀ ਫਿਰ ਇੱਕ ਹਿਸਾਬ ਦੇ ਨਾਲ ਆਪ ਦੀ ਹਨੇਰੀ ਦੇ ਵਿੱਚ ਹੀ ਜਾਣੀ ਬਲੀ ਹੋ ਗਈ ਉਹਨਾਂ ਦੀ। ਦੇਖੋ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ। ਬਰਿੰਦਰ ਢਿੱਲੋਂ ਨੇ ਰਾਜਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਮੁੱਦਿਆਂ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ। ਜੇ ਟਰੈਕਟਰ ਫੂਕਿਆ, ਜਦੋਂ ਪਹਿਲਾ ਟਰੈਕਟਰ ਫੂਕਿਆ ਦਿੱਲੀ ਜਾ ਕੇ, ਸਭ ਤੋਂ ਪਹਿਲਾਂ ਜੇ ਕਿਸੇ ਨੇ ਸੋਚ ਰੱਖੀ ਤਾਂ ਯੂਥ ਕਾਂਗਰਸ ਨੇ ਰੱਖੀ ਕਿ ਇਹ ਮਸਲਾ ਇੱਥੇ ਹੱਲ ਨਹੀਂ ਹੋਣਾ, ਦਿੱਲੀ ਹੋਣਾ। ਠੀਕ ਆ, ਤੇ ਇੱਕ ਰਾਜਨੀਤੀ ਨੂੰ ਮੁੱਦਿਆਂ ਦੇ ਸੈਂਟਰਿਕ ਲਿਆ ਕੇ ਦਿੱਤਾ। ਪਰ ਜਿਹੜੀ ਹਵਾ ਬਣੀ ਹੋਈ ਸੀਗੀ, ਦੇਖੋ, ਜਿਹੜਾ ਕੋਈ ਬਰਿੰਦਰ ਢਿੱਲੋਂ ਸਰਕਾਰ 'ਚ ਨਹੀਂ ਸੀ, ਬਰਿੰਦਰ ਢਿੱਲੋਂ ਤਾਂ ਇੱਕ ਆਰਗੇਨਾਈਜੇਸ਼ਨ ਦਾ ਪ੍ਰਧਾਨ ਸੀ, ਇੱਕ ਸੋਚ ਰੱਖ ਸਕਦਾ ਸੀ, ਇੱਕ ਨਵੀਂ ਸੋਚ ਦੇ ਸਕਦਾ ਸੀ ਨੌਜਵਾਨਾਂ ਨੂੰ। ਬਰਿੰਦਰ ਢਿੱਲੋਂ ਨੇ ਦਿੱਤੀ। ਇੱਕ ਪੜ੍ਹਿਆ ਲਿਖਿਆ ਨੌਜਵਾਨ ਯੂਨੀਵਰਸਿਟੀ ਤੋਂ ਉੱਠ ਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੱਕ ਦਾ ਸਫ਼ਰ ਇੱਕ ਸੋਚ ਤੇ ਲੈ ਕੇ ਗਿਆ। ਤੇ ਜਿਹੜੀ ਸਰਕਾਰ 'ਚ ਰਹਿੰਦੇ ਹੋਏ ਜਿਨ੍ਹਾਂ ਮੰਤਰੀਆਂ ਨੇ ਚੰਗੇ ਕੰਮ ਨਹੀਂ ਕੀਤੇ, ਦੇਖੋ ਮੰਨਣਾ ਪਊਗਾ ਕਿ ਸਾਡੀ ਸਰਕਾਰ 'ਚ ਕਮੀਆਂ ਰਹੀਆਂ। ਇਕੱਲਾ ਇਹ ਵੀ ਕਹਿਣਾ ਕਿ ਵੀ ਉਹਨੇ ਸਰਕਾਰ ਚਲਾਈ ਤਾਂ ਫੇਲ ਹੋ ਗਿਆ। ਜਦੋਂ ਇੱਕ ਕੈਬਨਿਟ ਕੋਈ ਵੀ ਫੈਸਲਾ ਹੁੰਦਾ ਕੈਬਨਿਟ 'ਚ ਲਿਆ ਜਾਂਦਾ ਹੈ। ਠੀਕ ਹੈ, ਜਾਂ ਤਾਂ ਜਿਹੜੇ ਲੋਕ ਅੱਜ ਰੌਲਾ ਪਾ ਰਹੇ ਨੇ ਕੈਬਨਿਟ 'ਚ ਮੰਨ ਲੈਣ ਕਿ ਅਸੀਂ ਮੌਨ ਧਾਰ ਕੇ ਬੈਠਦੇ ਸੀ, ਅਸੀਂ ਕੋਈ ਸਲਾਹ ਨਹੀਂ ਦਿੰਦੇ ਸੀ, ਜਾਂ ਤਾਂ ਇਸ ਗੱਲ ਨੂੰ ਮੰਨ ਲੈਣ ਵੀ ਅਸੀਂ ਕੋਈ ਸਾਡਾ ਉੱਥੇ ਰਾਏ ਨਹੀਂ ਲਈ ਜਾਂਦੀ ਸੀ, ਜਾਂ ਉਹਨਾਂ ਕੈਬਨਿਟ ਦੇ ਫੈਸਲਿਆਂ ਨੂੰ ਆਪਣੇ ਫੈਸਲੇ ਵੀ ਕਹਿਣ ਨਾਲ। ਜਦੋਂ ਫੈਸਲਾ ਹੋ ਗਿਆ, ਜਿੱਥੇ ਸਿਗਨੇਚਰ ਕੀਤੇ ਨੇ ਨਾ, ਸਾਰਿਆਂ ਨੇ ਸਾਈਨ ਕੀਤੇ ਨੇ, ਤਾਂ ਇਹਦਾ ਮਤਲਬ ਆਪਣਾ ਉਸ 'ਚ ਰੋਲ ਹੈ। ਜਾਂ ਤਾਂ ਆਪਾਂ ਕਹਿ ਦੇਣ ਵੀ ਅਸੀਂ ਤਾਂ ਜੀ ਉੱਥੇ ਸਿਰਫ ਚਾਹ ਪੀ ਕੇ ਆਉਂਦੇ ਸੀ, ਸਾਈਨ ਕਰੇ ਆਉਂਦੇ ਸੀ, ਜਾਂ ਤਾਂ ਇਹ ਗੱਲ ਮੰਨ ਲੈਣ ਕਿ ਵੀ ਇਹ ਗੱਲ ਹੋਈ ਆ, ਜਾਂ ਫਿਰ ਉਸ ਤੋਂ ਉਲਟ ਕਹਿ ਦੇਣ ਕਿ ਵੀ ਅਸੀਂ ਉਹਦੇ 'ਚ ਹਿੱਸਾ। ਇਹ ਗੱਲ ਨਹੀਂ ਹੋ ਸਕਦੀ ਜੇ ਮੈਂ ਕਿਤੇ ਦਸਤਖਤ ਕੀਤੇ ਨੇ ਕਿ ਵੀ ਮੈਂ ਉਹਦਾ ਹਿੱਸਾ ਨਹੀਂ ਹੈਗਾ। ਸਾਰੇ ਲੋਕ ਉਸ ਚੀਜ਼ ਦਾ ਹਿੱਸਾ ਸੀ, ਸਾਰੀ ਪਾਰਟੀ ਜਿਹੜੀ ਸਰਕਾਰ 'ਚ ਜਿਹੜੇ ਲੋਕ ਸੀਗੇ ਉਸ ਚੀਜ਼ ਦਾ ਹਿੱਸਾ ਸੀ। ਕਈ ਫੈਸਲਿਆਂ ਕਰਕੇ ਕਈ ਚੰਗੇ MLA ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਵੀ ਕਲੇਸ਼ ਖਤਮ ਆਟੇ ਨਹੀਂ ਨਾਲ ਘੂਣ ਪਿਸ ਜਾਂਦਾ, ਹੁਣ ਵੀ ਕਲੇਸ਼ ਖਤਮ ਹੁਣ ਵੀ ਨਹੀਂ ਕਲੇਸ਼ ਖਤਮ ਨਹੀਂ ਹੋਇਆ। ਜਿਹੜਾ LOP ਲਾਉਣਾ ਉਹਦਾ ਰੌਲਾ ਚੱਲ ਰਿਹਾ ਹੈ। ਤੁਹਾਡੇ ਕੋਲੇ 18 ਸੀਟਾਂ, ਕਈ ਧਿਰਾਂ ਨੇ। ਹੁਣ ਤਾਂ ਪਹਿਲਾਂ ਤਾਂ ਦੂਸ਼ਣਬਾਜ਼ੀਆਂ ਨੇ ਇੱਕ ਦੂਜੇ ਤੇ ਕਿ ਕਿਹਦੇ ਕਰਕੇ ਸਾਨੂੰ ਇਹ ਨੁਕਸਾਨ ਹੋਇਆ। ਹੁਣ ਜਦੋਂ ਵਿਰੋਧੀ ਧਿਰ ਦਾ ਨੇਤਾ ਲਾਉਣਾ, ਉੱਥੇ ਵੀ ਹਲੇ ਕਾਂਗਰਸ ਦੇ ਵਿੱਚ ਲੜਾਈ ਹੈ। ਇਹ ਵੀ ਤੁਸੀਂ ਮੰਨਦੇ ਹੋ ਕਿ ਆਪਸ ਦੇ ਵਿੱਚ ਵੱਡਾ ਕਲੇਸ਼, ਇੱਕ ਵੱਡੇ ਲੀਡਰ ਨੇ ਕੁਝ ਬਿਆਨ ਦਿੱਤਾ, ਦੂਜੇ ਵੱਡੇ ਲੀਡਰ ਨੇ ਦੂਜਾ ਬਿਆਨ ਦਿੱਤਾ, ਜਾਣੀ ਇਹ ਵੀ ਇੱਕ ਵੱਡਾ ਕਾਰਨ ਹੈ ਕਾਂਗਰਸ ਦੇ ਇਸ ਹਾਲਤ ਦਾ? ਦੇਖੋ ਬਿਲਕੁਲ ਇਹ ਵੀ ਇੱਕ ਕਾਰਨ ਹੈਗਾ ਕਿ ਵੱਡੇ ਲੀਡਰ ਜਿਹੜੇ ਸੀਗੇ ਬਾਰ-ਬਾਰ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੇ ਲਈ ਬਿਆਨ ਦਿੰਦੇ ਸੀ। ਵਰਕਰ ਦਾ ਮੋਰਾਲ ਡਾਊਨ ਹੋ ਜਾਂਦਾ ਸੀ। ਵਰਕਰ ਸੋਚਦਾ ਸੀ ਵੀ ਅਸੀਂ ਕਿੱਥੇ ਜਾਣਾ, ਕਿੱਥੋਂ ਲੋਕਾਂ ਨੂੰ ਕੀ ਜਵਾਬ ਦੇਣਾ। ਜਦੋਂ ਲੋਕ ਉਹਨਾਂ ਨੂੰ ਪੁੱਛਦੇ ਸੀ ਉਸ ਚੀਜ਼ ਦਾ ਜਵਾਬ ਨਹੀਂ ਮਿਲਦਾ ਸੀ। ਲੋਕਾਂ ਨੂੰ ਦਿਸ਼ਾ ਹੀ ਨਹੀਂ ਦੇ ਸਕੇ, ਆਪਣੇ ਵਰਕਰਾਂ ਨੂੰ ਆਪਣੇ ਆਪ ਨੂੰ ਬੜਾ ਮਤਲਬ ਹਾਸੋਹੀਣੀ ਸਿਚੁਏਸ਼ਨ 'ਚ ਵਰਕਰ ਸਮਝਦਾ ਸੀਗਾ। ਠੀਕ ਹੈ, ਉਸ ਸਿਚੁਏਸ਼ਨ ਦਾ ਦੇਖੋ ਜਿਹੜੇ ਲੋਕ ਬਿਆਨ ਦੇ ਰਹੇ ਸੀ ਉਦੋਂ ਵੀ ਦੇ ਰਹੇ ਸੀ, ਅੱਜ ਵੀ ਦੇ ਰਹੇ ਸੀ। ਮੈਂ ਤੁਹਾਨੂੰ ਕਹੂੰਗਾ ਕਿ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਲੋਕ ਪੀੜ੍ਹੀ ਦਰ ਪੀੜ੍ਹੀ ਰਾਜਨੀਤੀ ਚਲਾ ਰਹੇ ਨੇ। ਇਹ ਰਾਜਨੀਤੀ 'ਚ ਸਟੈਬਲਿਸ਼ ਹੋ ਗਏ ਨੇ ਤੇ ਸੁੱਖ ਨਾਲ ਇਹਨਾਂ ਦੇ ਕੋਲੇ ਪੈਸੇ ਵੀ ਸੋਹਣੇ ਹੋ ਗਏ ਨੇ। ਠੀਕ ਹੈ, ਤੇ ਨੁਕਸਾਨ ਹੁੰਦਾ ਵਰਕਰ ਦਾ ਹੁੰਦਾ ਹਮੇਸ਼ਾ। ਵਰਕਰ ਅੱਜ ਸਰਕਾਰ ਚਲੇਗੀ, ਠੀਕ ਹੈ, ਵਰਕਰ ਨੂੰ ਟੈਨਸ਼ਨ ਹੈਗੀ ਹੈ ਵੀ ਸਰਕਾਰ ਚਲੇਗੀ, ਜਿਹੜੇ ਲੋਕ ਮੇਰੇ ਨਾਲ ਸੀਗੇ, ਠੀਕ ਹੈ, ਉਹਨਾਂ ਨੂੰ ਵੀ ਮੈਂ ਕੀ ਕਰੂੰਗਾ, ਮੈਨੂੰ ਕੀ ਅੱਗੇ ਕੀ ਦਿਸ਼ਾ ਹੈਗੀ ਆ। ਅਸੀਂ 15 ਸਾਲ ਤੋਂ ਇੱਕ ਰਾਜਨੀਤੀ ਨੂੰ ਐਜ਼ ਏ ਪੈਸ਼ਨ ਕੰਮ ਕਰ ਰਹੇ ਹਾਂ। ਤਾਂ ਸਰਕਾਰ ਜਾਣ ਨਾਲ ਫਰਕ ਜ਼ਰੂਰ ਪੈਂਦਾ, ਪਰ ਕਾਂਗਰਸ ਪਾਰਟੀ ਦੇ ਵਰਕਰ ਨੂੰ ਮੈਂ ਕਹਾਂਗਾ ਕਿ ਵੀ ਬਿਲਕੁਲ ਇਸ ਓਪਰਚੁਨਿਟੀ ਨੂੰ ਅਵੇਲ ਕਰਨਾ ਤੇ ਤਕੜੇ ਹੋ ਕੇ ਪਾਰਟੀ ਨੂੰ ਸਟਰੋਂਗ ਕਰਨਾ, ਕਿਸੇ ਲੀਡਰ ਨੂੰ ਸਟਰੋਂਗ ਨਹੀਂ। ਹੁਣ ਤੁਹਾਡੇ ਇਸ ਬਿਆਨ ਨੂੰ ਤੁਸੀਂ ਬਲਵੀਰ ਸਿੰਘ ਸਿੱਧੂ ਨੂੰ ਕਾਫੀ ਕਰੜੇ ਹੱਥੀ ਲੈ ਰਹੇ ਹੋ। ਤੁਹਾਡੇ ਤੇ ਵੀ ਇਹ ਇਲਜ਼ਾਮ ਲੱਗ ਸਕਦੇ ਆ ਕਿ ਜੇ ਵਰਕਰ ਤੇ ਜ਼ੋਰ ਦੇ ਰਹੇ ਨੇ ਅੱਜ ਮਨਜੋਤ ਸਿੰਘ, ਖੁਦ ਮੋਹਾਲੀ ਤੋਂ ਚੋਣ ਲੜਨਾ ਚਾਹੁੰਦੇ ਨੇ ਕਿ ਬਲਵੀਰ ਸਿੰਘ ਜਿਹੜਾ ਬੜਾ ਲੀਡਰ ਆ ਉਹਦੀ ਵਿਰੋਧਤਾ ਕਰ ਦਿਓ, ਮੀਡੀਆ 'ਚ ਆ ਜਾਓ, ਆਪਣੇ ਆਪ ਨੂੰ ਲਾਈਮਲਾਈਟ ਦੇ ਵਿੱਚ ਲੈ ਕੇ ਆਓ, ਤਾਂ ਹਾਈ ਕਮਾਂਡ ਦੇ ਧਿਆਨ 'ਚ ਆਉਂਦਾ ਹੈ ਕਿ ਆਹ ਮੁੰਡਾ ਚੰਗਾ ਬੋਲਦਾ, ਇਹਨੂੰ ਅੱਗੇ ਲੈ ਆਓ। ਇਹ ਵੀ ਤੁਹਾਡੀ ਪੋਲਿਟਿਕਸ ਹੋ ਸਕਦੀ ਹੈ। ਦੇਖੋ ਮੈਂ ਤਾਂ ਪਹਿਲਾਂ ਵੀ ਚਾਹੁੰਦਾ ਹੋਊਂਗਾ, ਠੀਕ ਹੈ, ਪਰ ਮੈਂ ਕਦੇ ਜਦੋਂ ਇਲੈਕਸ਼ਨ ਦੇ ਦਰਮਿਆਨ ਕਿਸੇ ਦੇ ਬਾਰੇ ਵਿਅਕਤੀਗਤ ਬਿਆਨਬਾਜ਼ੀ ਨਹੀਂ ਕੀਤੀ। ਪਾਰਟੀ ਦੇ ਅਗੇਂਸਟ ਕਿਸੇ ਕੋਈ ਇਹ ਚੀਜ਼ਾਂ ਮੈਨੂੰ ਪਹਿਲਾਂ ਵੀ ਸਹੀ ਲੱਗਦੀਆਂ ਸੀ, ਵਿਦਿਨ ਪਾਰਟੀ ਰਹਿ ਕੇ ਗੱਲ ਕਰੀ, ਪਰ ਮੀਡੀਆ 'ਚ ਆ ਕੇ ਗੱਲ ਨਹੀਂ ਕੀਤੀ। ਹਾਲੇ 5 ਸਾਲ ਦਾ ਲੰਬਾ ਸਮਾਂ ਪਿਆ, ਠੀਕ ਆ, ਤੇ ਅੱਜ ਉਹ ਟਾਈਮ ਨਹੀਂ ਹੈਗਾ ਕਿ ਵੀ ਅੱਜ ਆਪਾਂ ਬੋਲੀਏ ਤਾਂ ਫਿਰ ਵੀ ਆਪਾਂ ਨੂੰ ਟਿਕਟਾਂ ਮਿਲ ਜਾਣਗੀਆਂ। 5 ਸਾਲ ਜਾਨੀ ਅੱਜ ਸ਼ੁਰੂਆਤ ਹੋ ਗਈ ਇਸ ਗੱਲ ਦੀ। ਨਹੀਂ, ਮਿਹਨਤ ਕਰਨੀ ਪਊਗੀ ਵਰਕਰ ਨੂੰ। ਮੈਂ ਇਹ ਤੁਹਾਨੂੰ ਕਹਿ ਰਿਹਾ ਵੀ ਮਿਹਨਤ ਕਰਨੀ ਪਊਗੀ। ਠੀਕ ਆ, ਮਿਹਨਤ ਵਾਸਤੇ ਮੈਂ ਵਰਕਰ ਨੂੰ ਕਹਿ ਰਿਹਾ ਵੀ ਮਿਹਨਤ ਕਰਨੀ ਪੈਣੀ, ਕਿਸੇ ਲੀਡਰ ਵਾਸਤੇ ਨਹੀਂ ਕਰਨੀ, ਪਾਰਟੀ ਵਾਸਤੇ ਕਰਨੀ ਹੈ ਤੇ ਆਪਣੇ ਆਪ ਵਾਸਤੇ। ਵੱਡੀ ਗੱਲ ਤਾਂ ਇਹ ਹੈ ਕਿ ਪਰਿਵਾਰਵਾਦ ਤੋੜੋ, ਵਰਕਰ ਨੂੰ ਅੱਗੇ ਲੈ ਕੇ ਆਓ। ਵਰਕਰ ਤੁਸੀਂ ਮੈਨੂੰ ਕਹਿੰਦੇ ਹੋ, ਮੈਂ ਕਹਿੰਦਾ ਵੀ ਜਿਹੜਾ ਕੋਈ ਮੋਹਾਲੀ ਦਾ ਕੋਈ MC ਹੈ ਜਾਂ ਸਰਪੰਚ ਹੈ ਉਹ ਵੀ MLA ਬਣ ਸਕਦਾ। ਸੋਚ ਰੱਖੂਗਾ, ਜੇ ਕੰਮ ਹੋ ਸਕਦਾ, ਕਾਬਲ ਹੋਵੇ, ਮੇਰੇ ਤੋਂ ਵੀ ਕਾਬਲ ਹੋਵੇ, ਹੋਰਾਂ ਤੋਂ ਵੀ ਕਾਬਲ ਹੋਵੇ। ਠੀਕ ਹੈ, ਇਸ ਸੋਚ ਨੂੰ ਮੈਂ ਵਰਕਰ ਦੇ ਵਿੱਚ ਦੇਣਾ ਚਾਹੁੰਦਾ ਵੀ ਇਹ ਸੋਚ ਜ਼ਰੂਰੀ ਹੈ ਜੇ ਆਪਾਂ ਪੋਲਿਟਿਕਸ ਜਾਂ ਵਿਜ਼ਨ ਜਾਂ ਕੁਝ ਰੱਖ ਰਹੇ ਹਾਂ। ਇਹ ਗੱਲ ਤੁਸੀਂ ਪਹਿਲਾਂ ਰੱਖੀ ਕਿ ਹੁਣ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣ ਗਈ, ਇੱਕ ਵੱਡਾ ਸਾਰਾ ਤੁਹਾਡੇ ਸਾਹਮਣੇ ਇੱਕ ਬੈਨਰ ਆਇਆ ਹੋਊਗਾ ਕਿ ਦੇਖੋ ਜੀ ਇੰਨੇ ਡਾਕਟਰ ਨੇ, ਇੰਨੇ ਇੰਜੀਨੀਅਰ ਨੇ, ਇੰਨੇ ਜਿਹੜੇ ਨੌਜਵਾਨ ਨੇ ਉਹ ਦਿਹਾੜੀਦਾਰ ਸੀਗੇ, ਇੱਕ ਮੋਬਾਈਲਾਂ ਦੀ ਰਿਪੇਅਰ ਕਰਨ ਵਾਲੇ ਨੇ ਮੁੱਖ ਮੰਤਰੀ ਨੂੰ ਹਰਾਤਾ। ਜਦੋਂ ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਮਨਜ਼ੂਰ ਕੀਤੀਆਂ, ਉਸ ਤੋਂ ਬਾਅਦ ਧਿਆਨ 'ਚ ਆਇਆ ਕਿ ਕਾਂਗਰਸ ਦੇ ਵਿੱਚ ਤਾਂ ਯਾਰ ਬਹੁਤ ਕੁਝ ਚੱਲ ਰਿਹਾ ਸੀ, ਆਪਾਂ ਨੂੰ ਇਹਦੇ ਤੇ ਧਿਆਨ ਦੇਣ ਦੀ ਲੋੜ ਹੈ। ਦੇਖੋ ਰਵੀ ਜੀ, ਮੈਂ ਪਹਿਲਾਂ ਵੀ ਇਹ ਗੱਲ ਆਪਣੇ ਪਾਰਟੀ ਪਲੇਟਫਾਰਮ ਤੇ ਕੀਤੀ ਤੁਸੀਂ ਇਸ ਵਿਸ਼ੇ ਤੇ। ਦੇਖੋ ਰਵੀ ਜੀ, ਮੈਂ ਤਾਂ ਆਪ ਇੰਜੀਨੀਅਰ, ਠੀਕ ਆ, ਤੇ ਮੈਂ ਹਮੇਸ਼ਾ ਪਾਰਟੀ 'ਚ ਇਸ ਚੀਜ਼ ਨੂੰ, ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਇੰਜੀਨੀਅਰ ਹੀ MLA ਬਣ ਸਕਦਾ ਜਾਂ ਡਾਕਟਰ ਹੀ ਬਣ ਸਕਦਾ, ਹਰ ਵਰਗ ਦਾ ਬੰਦਾ ਬਿਲਕੁਲ ਸਹੀ ਲੀਡਰ ਬਣ ਸਕਦਾ। ਠੀਕ ਆ, ਤੇ ਅਸੀਂ ਤਾਂ ਪਹਿਲਾਂ ਵੀ ਆਵਾਜ਼ ਚੱਕਦੇ ਰਹੇ ਹਾਂ ਕਿ ਨਵੇਂ ਬੰਦਿਆਂ ਨੂੰ ਵਿੱਚ ਪਾਉਣ ਦੀ ਜ਼ਰੂਰਤ ਹੈਗੀ ਹੈ, ਚਾਹੇ ਉਹ ਕਿਸੇ ਵਰਗ ਦਾ ਹੋਵੇ। ਠੀਕ ਆ, ਨਵੇਂ ਬੰਦਿਆਂ ਨੂੰ ਪਾਰਟੀ ਵਿੱਚ ਪਾਉਣ ਦੀ ਜ਼ਰੂਰਤ ਹੈਗੀ ਆ ਤੇ ਨਵੇਂ ਬੰਦਿਆਂ ਨੂੰ ਟਿਕਟਾਂ ਦੇਣ ਦੀ ਜ਼ਰੂਰਤ ਹੈਗੀ ਹੈ, ਨਵੇਂ ਲੀਡਰਸ਼ਿਪ ਨੂੰ ਟੇਕ ਓਵਰ ਕਰਨ ਦੀ ਜ਼ਰੂਰਤ ਹੈਗੀ ਹੈ। ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਬੰਦਾ ਲਾਈਕ ਕਰਦਾ ਅੱਜ ਵੀ। ਠੀਕ ਹੈ, ਜੇ ਲਾਈਕ ਨਹੀਂ ਕਰਦਾ ਪਿਆ ਤਾਂ ਉਹਨਾਂ ਲੀਡਰਾਂ ਨੂੰ ਕਰਦਾ ਨਹੀਂ ਹੈਗਾ ਜਿਹੜੇ ਅੱਜ ਹਾਰ ਕੇ ਵੀ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੇ ਨੇ ਲੋਕਾਂ ਦੇ ਵਿੱਚ। ਜੇ ਲੋਕ ਨਹੀਂ ਲਾਈਕ ਕਰਦੇ ਤਾਂ ਉਹਨਾਂ ਲੋਕਾਂ ਨੂੰ ਨਹੀਂ ਲਾਈਕ ਕਰਦੇ ਹੈਗੇ ਲੋਕ ਜੀ। ਠੀਕ ਹੈ ਮਨਜੋਤ ਜੀ, ਬਹੁਤ ਧੰਨਵਾਦ ਹੈ ਤੁਹਾਡਾ। ਸਿੱਧੇ ਤੌਰ ਤੇ ਮਨਜੋਤ ਸਿੰਘ ਹੋਰਾਂ ਦਾ ਕਨਸੈਂਟਰੇਟ ਇਸ ਵੇਲੇ ਇਸ ਗੱਲ ਤੇ ਹੈ ਕਿ ਕਿਸੇ ਵੀ ਪਾਰਟੀ ਦੇ ਵਿੱਚ ਜਦੋਂ ਪਰਿਵਾਰਵਾਦ ਆ ਜਾਂਦਾ ਤਾਂ ਉਹਦਾ ਅੰਤ ਹੁੰਦਾ ਹੈ। ਜਾਣੀ ਆਮ ਆਦਮੀ ਪਾਰਟੀ ਦੀ
ਸਰਕਾਰ ਪੰਜਾਬ ਦੇ ਵਿੱਚ ਆਈ, ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਸਾਲਾਂ ਤੋਂ ਬਾਅਦ ਇਹ ਚੀਜ਼ਾਂ ਪਣਪ ਜਾਣ, ਪਰ ਜੇਕਰ ਕਾਂਗਰਸ ਦੀ ਗੱਲ ਕਰੀਏ, ਅਕਾਲੀ ਦਲ ਦੀ ਗੱਲ ਕਰੀਏ ਤਾਂ ਪੁਰਾਣੀਆਂ ਪਾਰਟੀਆਂ ਦੇ ਲੀਡਰ ਅਕਸਰ ਇਹ ਚੀਜ਼ਾਂ ਸੋਚਦੇ ਹੁੰਦੇ ਆ ਕਿ ਮੇਰੀ ਫੈਮਿਲੀ ਦਾ ਕੋਈ ਅਗਲਾ ਜਿਹੜਾ ਸਾਡੀ ਪਨੀਰੀ ਹੈਗੀ ਆ, ਜੇ ਕਿਤੇ ਉਹ ਮੇਰੀ ਥਾਂ ਲੈ ਲੇ ਤਾਂ ਜਿਹੜੀਆਂ ਸਾਡਾ ਗੁਜ਼ਾਰਾ ਅੱਛਾ ਚੱਲ ਸਕਦਾ, ਜਾਂ ਇਹ ਕਹਿ ਲਓ ਕਿ ਕੁਲਾਂ ਸੁਧਰ ਜਾਂਦੀਆਂ ਹੁੰਦੀਆਂ ਪੋਲਿਟਿਕਸ ਦੇ ਵਿੱਚ ਆ ਕੇ। ਸਿੱਧੇ ਤੌਰ ਤੇ ਮਨਜੋਤ ਸਿੰਘ ਹੋਰਾਂ ਦਾ ਮੰਨਣਾ ਹੈ ਕਿ ਜੇਕਰ ਪਰਿਵਾਰਵਾਦ ਆਇਆ, ਇਹ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ। ਪਰ ਹੁਣ ਮਨਜੋਤ ਸਿੰਘ ਹੋਰਾਂ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਮੋਹਾਲੀ ਦੇ ਸਾਬਕਾ ਵਿਧਾਇਕ ਔਰ ਸਾਬਕਾ ਮੰਤਰੀ ਦੇ ਬਾਰੇ, ਉਹ ਇਸ ਤੇ ਕੀ ਫਿਰਕੀ ਲੈਂਦੇ ਆ, ਕੀ ਜਵਾਬ ਦਿੰਦੇ ਆ, ਇਹ ਦੇਖਣਾ ਲਾਜ਼ਮੀ ਰਹੇਗਾ। ਆਪਣੇ ਸਹਿਯੋਗੀ ਸੁਖਰਾਜ ਰੰਧਾਵਾ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਮੋਹਾਲੀ।